Hello students, we are going to solve the next type of equation that are known as wave equation. Wave equation के अंदर ਤੁਹਾਡੇ ਕੋਲ ਇੱਕ elastic string ਹੁੰਦਾ ਆ ਜਿਹਦੀ ਆਪਾਂ vertical displacement find out ਕਰਨੀ ਹੁੰਦੀ ਆ ਉਹਨੂੰ ਅਸੀਂ uxt ਨਾਮ ਦਿੰਨੇ ਆ ਮਤਲਬ ਇੱਕ string ਜਿਹਦੀ ਕਿ length l ਹੈ ਉਹਨੂੰ ਇੱਕ end ਨੂੰ 0 ਤੇ ਦੂਸਰੇ ਨੂੰ ਆਪਾਂ l ਨਾਮ ਦੇ ਦਿੰਨੇ ਆ x denote ਦੀ length at time t ਜਦੋਂ ਆਪਾਂ ਇਹਨੂੰ stretch ਕਰਦੇ ਆ string ਨੂੰ ਤੇ ਇਹਦੇ ਵਿੱਚ ਟੈਂਸ਼ਨ ਇਨ ਦੀ ਸਟਰਿੰਗ ਜਿਹੜਾ ਆ ਉਹ ਇੱਕ ਫੋਰਸ ਆ ਠੀਕ ਹੈ ਤੇ ਉਹਦੇ ਵਿੱਚ ਕਿੰਨੀ ਵਰਟੀਕਲ ਡਿਸਪਲੇਸਮੈਂਟ ਹੁੰਦੀ ਹੈ ਡਿਸਪਲੇਸਮੈਂਟ ਨੂੰ ਆਪਾਂ UXT ਨਾਮ ਦੇ ਦਿੰਨੇ ਆ ਹੁਣ ਇਹਦੇ 'ਚ ਜਿਹੜੀ ਇਸ ਫੈਨੋਮੀਨਾ ਨੂੰ ਰਿਪਰੈਜ਼ੈਂਟ ਕਰਨ ਦੀ ਜਿਹੜੀ ਇਕੁਏਸ਼ਨ ਆ ਉਹ ਵਨ ਡਾਇਮੈਂਸ਼ਨਲ ਵੇਵ ਇਕੁਏਸ਼ਨ ਆਪਾਂ ਲਈ ਹੈ ਇਹ ਯਾਦ ਰੱਖਣੀ ਹੈ ਦੈਟ ਇਜ਼ ਅਲਫਾ ਸਕੁਅਰ UXX is equal to UT so U the derivative with respect to x twice ਤੇ ਇਹਦੇ U the derivative with respect to twice derivative ਇਹ ਲੈਣਾ ਤੇ ਅਲਫਾ ਸਕੁਅਰ ਕੀ ਹੈ ਅਲਫਾ ਸਕੁਅਰ ਹੈ T oblique rho ਔਰ T ਹੁੰਦਾ ਹੈ ਟੈਂਸ਼ਨ ਇਨ ਦੀ ਸਟਰਿੰਗ ਐਂਡ ਦਿਸ rho is mass per unit length ਸੋ ਅਲਫਾ ਸਕੁਅਰ ਦੀ ਵੈਲਿਊ ਕਈ ਵਾਰ ਅਲਫਾ ਸਕੁਅਰ ਗਿਵਨ ਹੁੰਦਾ ਹੈ ਜਾਂ ਸਾਨੂੰ ਟੈਂਸ਼ਨ ਇਨ ਦੀ ਸਟਰਿੰਗ ਤੇ ਮਾਸ ਪਰ ਯੂਨਿਟ ਦਿੱਤਾ ਹੋਵੇ ਤਾਂ ਤੁਸੀਂ ਅਲਫਾ ਸਕੁਅਰ ਨਿਕਾਲ ਸਕਦੇ ਆ ਸੋ ਆ ਸਾਡੇ ਕੋਲ ਇਕੁਏਸ਼ਨ ਆ ਗਈ ਉਹਦੇ ਨਾਲ ਹੀ ਸਾਨੂੰ ਬਾਉਂਡਰੀ ਕੰਡੀਸ਼ਨ ਦਿੱਤੀਆਂ ਹੁੰਦੀਆਂ ਪਹਿਲੀ ਬਾਉਂਡਰੀ ਕੰਡੀਸ਼ਨ ਮਤਲਬ x ਇਜ਼ ਇਕੁਅਲ ਟੂ 0 ਜਦੋਂ ਸਟਰਿੰਗ ਦੀ ਸਟਾਰਟਿੰਗ ਪੋਜੀਸ਼ਨ ਆ ਜਦੋਂ t 0 ਹੈ ਟਾਈਮ 0 ਹੈ ਉਦੋਂ u 0 t ਇਜ਼ 0 ਮਤਲਬ ਐਂਡਸ ਆਰ ਫਿਕਸ ਐਂਡਸ ਜਿਹੜੇ ਆ ਉਹ ਫਿਕਸ ਪੋਜੀਸ਼ਨ 'ਤੇ ਆ ਇਹਦੀ u l t ਜਦੋਂ ਜਿਹੜੀ ਲਾਸਟ ਪੋਜੀਸ਼ਨ ਆ ਸਟਰਿੰਗ ਦੀ ਲਾਸਟ ਐਂਡ ਆ ਉਹਦੇ 'ਤੇ ਵੀ 0 ਹੈ ਸੋ ਐਂਡਸ ਆਰ ਫਿਕਸਡ ਮੀਨਸ ਦੋਨੋਂ ਚੀਜ਼ਾਂ 0 ਦਿੱਤੀਆਂ ਹੋਈਆਂ ਇਹ ਬਾਉਂਡਰੀ ਕੰਡੀਸ਼ਨ ਹੋਮੋਜੀਨੀਅਸ ਹੈ ਉਸ ਤੋਂ ਬਾਅਦ ਇਹ ਦਿੱਤਾ ਹੋ ਸਕਦਾ ਵਿਚ ਇਜ਼ ਨੋਨ ਐਜ਼ ਇਨੀਸ਼ੀਅਲ ਪੋਜੀਸ਼ਨ ਕੀ ਹੈ ਸਟਰਿੰਗ ਦੀ ਇਨੀਸ਼ੀਅਲ ਪੋਜੀਸ਼ਨ ਮਤਲਬ ਜਦੋਂ ਟਾਈਮ 0 ਸੀ ਉਦੋਂ UX0 ਕੈਨ ਬੀ ਗਿਵਨ ਐਜ਼ FX ਐਂਡ ਇਨੀਸ਼ੀਅਲ ਵੈਲੋਸਿਟੀ ਮਤਲਬ ਵੈਲੋਸਿਟੀ ਦਾ ਮਤਲਬ ਡੈਰੀਵੇਟਿਵ ਆਫ ਦੀ displacement so u the derivative with respect to t at time 0 means initial means at the starting point ਉਹ velocity gx ਇਸ ਤਰੀਕੇ ਨਾਲ ਤੁਹਾਨੂੰ ਦਿੱਤੀ ਹੋ ਸਕਦੀ ਆ ਹੁਣ ਕੀ ਹੈ ਕਿ ਇਸ ਪ੍ਰੋਬਲਮ ਨੂੰ ਜਾਣੀ ਕਿ ਆਹ ਜਿਹੜੀ ਸਾਡੀ ਇਕੁਏਸ਼ਨ ਆ ਆਹ ਸਾਡੀ ਬਾਉਂਡਰੀ ਕੰਡੀਸ਼ਨਸ ਆ ਤੇ ਆਹ ਦੋ ਕੰਡੀਸ਼ਨ ਜਿਹੜੀਆਂ ਇਹ ਆਪਾਂ ਨੇ ਕੁਐਸਚਨ ਤੇ ਡਿਪੈਂਡ ਕਰੇਗਾ ਕਿ ਸਾਨੂੰ ਕੀ ਦਿੱਤਾ ਹੋਇਆ ਕੀ ਨਹੀਂ ਦਿੱਤਾ ਹੋਇਆ ਉਹਦੇ ਅਕੋਰਡਿੰਗਲੀ ਅਸੀਂ ਇਹਦੇ 'ਤੇ ਆਪਣਾ ਫਾਰਮੂਲਾ ਲਗਾਉਣਾ ਜਿੱਦਾਂ ਆਪਾਂ ਪਹਿਲਾਂ ਸੋਲਵ ਕਰਦੇ ਆਏ ਹਾਂ ਸੋ ਆਪਾਂ ਹੁਣ ਇਹਨੂੰ ਪ੍ਰੋਬਲਮ ਨੂੰ ਕੰਸੀਡਰ ਕਰਦੇ ਹਾਂ ਕਿਉਂਕਿ ਇਹਦੇ ਵਿੱਚ ਦੋ ਵੇਰੀਏਬਲ ਸੀ x ਤੇ t ਅਸੀਂ ਇਹਨੂੰ ਦੋ ਡਿਫਰੈਂਟ ਫੰਕਸ਼ਨ ਦੀ ਪ੍ਰੋਡਕਟ ਦੀ ਫਾਰਮ 'ਚ ਲਿਖ ਲੈਣਾ x ਆਫ x ਤੇ t ਆਫ t UXT ਨੂੰ ਹੁਣ ਇਹਦੇ ਵਿੱਚ ਅਗਰ ਆਪਾਂ UXX ਮੀਨਸ ਡੂ ਦ ਡੈਰੀਵੇਟਿਵ ਟਵਾਈਸ ਕਰਾਂਗੇ ਤਾਂ x ਡਬਲ ਡੈਸ਼ x ਹੋ ਜਾਏਗਾ ਤਾਂ t ਐਜ਼ ਇਟ ਇਜ਼ ਇਹਦੀ u ਦਾ ਡੈਰੀਵੇਟਿਵ t ਨਾ ਕਰਾਂਗੇ ਤਾਂ x ਐਜ਼ ਇਟ ਇਜ਼ ਰਹੇਗਾ ਤੇ t ਦਾ ਟਵਾਈਸ ਡੈਰੀਵੇਟਿਵ ਆ ਜਾਏਗਾ ਇਹ ਵੈਲਿਊ ਜਦੋਂ ਆਪਾਂ ਇਹਦੇ 'ਚ ਪੁੱਟ ਕਰਨੀ ਜਿਹੜੀ ਸਾਡੀ ਗਿਵਨ ਇਕੁਏਸ਼ਨ ਆ ਜਿਹੜੀ ਅਲਫਾ ਸਕੁਅਰ UXXX ਸੀ ਨਾ ਉਹਦੇ ਵਿੱਚ ਵੈਲਿਊ ਪੁੱਟ ਕਰੋਗੇ ਤਾਂ ਯੂ ਗੈਟ ਦਿਸ ਥਿੰਗ ਦੂਜੇ ਪਾਸੇ ਆ ਜਾਏਗਾ x t ਡਬਲ ਡੈਸ਼ so here separating the terms containing x and t on both side ਇਹ ਦੋਨੋਂ ਇਕੁਏਸ਼ਨ ਇਕੁਅਲ ਹੈ ਤੁਹਾਨੂੰ ਆਪਾਂ ਮਾਈਨਸ ਲੈਮਡਾ ਦੇ ਇਕੁਅਲ ਮੰਨ ਲਿਆ ਲੈਟ ਇਟ ਬੀ ਇਕੁਅਲ ਟੂ ਮਾਈਨਸ ਲੈਮਡਾ ਹੁਣ ਕੀ ਕਰਨਾ ਜਦੋਂ ਪਹਿਲੀ ਇਕੁਏਸ਼ਨ ਨੂੰ ਮਾਈਨਸ ਲੈਮਡਾ ਦੇ ਇਕੁਅਲ ਕਰਾਂਗੇ ਤਾਂ ਸਾਡੇ ਕੋਲ x ਵਾਲੀ ਇਕੁਏਸ਼ਨ ਇਸ ਤਰੀਕੇ ਦੇ ਆ ਜਾਏਗੀ x ਡਬਲ ਡੈਸ਼ ਮਾਈਨਸ ਪਲੱਸ ਲੈਮਡਾ ਇਨਟੂ x ਇਜ਼ ਇਕੁਅਲ ਟੂ 0 ਜਦੋਂ ਆਪਾਂ ਦੂਸਰੀ ਟਰਮ ਨੂੰ ਲੈਮਡਾ ਮਾਈਨਸ ਲੈਮਡਾ ਦੇ ਇਕੁਅਲ ਕਰਾਂਗੇ ਵੀ ਗੈਟ ਸੈਕਿੰਡ ਇਕੁਏਸ਼ਨ ਟਰਮਸ ਆਫ t ਹੁਣ ਇਸੇ ਤਰ੍ਹਾਂ ਜਿਹੜੀ ਬਾਉਂਡਰੀ ਕੰਡੀਸ਼ਨਸ ਆ ਜਿਹੜੀ ਕੁਐਸਚਨ 'ਚ ਦਿੱਤੀ ਹੋਈ ਸੀਗੀ ਉਹਨੂੰ ਆਪਾਂ ਯੂਜ਼ ਕਰਦੇ ਆ ਕਿਉਂਕਿ ਸਾਡੇ ਕੋਲ UXT ਨੂੰ ਆਪਾਂ ਲਿਆ ਆ x ਇੰਟੂ ਟੀ ਠੀਕ ਹੈ ਅਤੇ ਜਦੋਂ ਆਪਾਂ ਇਹਦੇ ਵਿੱਚ ਬਾਉਂਡਰੀ ਕੰਡੀਸ਼ਨ ਲਈ x ਨੂੰ 0 ਪੁੱਟ ਕਰਾਂਗੇ ਇੱਥੇ x ਆ ਵੀ 0 x 0 ਹੋ ਜਾਣਾ x 0 ਇੰਟੂ ਟੀ ਦੈਟ ਇਜ਼ ਇਕੁਅਲ ਟੂ ਟੀ ਔਨ ਦੀ ਅਦਰ ਹੈਂਡ ਦੈਟ ਇਜ਼ ਇਕੁਅਲ ਟੂ 0 ਔਨ ਦੀ ਅਦਰ ਹੈਂਡ ਸੋ ਇਹ ਆ ਗਈ ਦੂਸਰੀ ਕੰਡੀਸ਼ਨ ਜਿਹੜੀ L ਵਾਲੀ ਆ ਕਿ ULT ਇਜ਼ 0 ਤਾਂ ਉਹਦੇ ਵਿੱਚ x ਦੀ ਜਗ੍ਹਾ 'ਤੇ L ਪੁੱਟ ਕਰਕੇ XL T ਆਫ T ਇਜ਼ ਇਕੁਅਲ ਟੂ 0 ਆ ਜਾਏਗਾ ਹੁਣ ਇਹਦੇ ਵਿੱਚ ਜਿਹੜਾ T ਆਫ T ਆ ਇਹ ਤਾਂ 0 ਨਹੀਂ ਹੈ ਕਿਉਂਕਿ ਜੇ ਇਹ 0 ਹੋ ਗਿਆ ਫਿਰ ਤੁਹਾਡਾ UXT 0 ਆ ਜਾਏਗਾ ਫੰਕਸ਼ਨ ਤੇ ਦਿਸ ਇਜ਼ ਨਾਟ 0 ਫਿਰ ਵਟ ਇਜ਼ ਦੀ ਪੋਸੀਬਿਲਿਟੀ ਵੀ ਆਰ ਲੈਫਟ ਵਿਦ ਕਿ ਆਹ 0 ਹੋਊਗਾ x 0 0 ਤੇ XL 0 ਸੋ ਆਹ ਵਾਲੀ ਜਿਹੜੀ ਇਕੁਏਸ਼ਨ x ਵਾਲੀ ਤੇ ਆਹ ਦੋ ਬਾਉਂਡਰੀ ਕੰਡੀਸ਼ਨ ਸੋ ਇਹ ਸਾਡੇ ਕੋਲ ਪ੍ਰੋਬਲਮ ਬਣ ਗਈ ਆਈਗਨ ਫੰਕਸ਼ਨ ਔਰ ਆਈਗਨ ਵੈਲਿਊ ਫਾਈਂਡ ਆਊਟ ਕਰਨ ਦੀ ਜਿਹੜੀ ਆਪਾਂ ਆਲਰੇਡੀ ਕੀਤੀ ਹੋਈ ਆ
ਸੋ ਇੱਥੇ ਇਹਦਾ ਆਪਾਂ ਸਿੱਧਾ ਆਨਸਰ ਲਿਖ ਸਕਦੇ ਹਾਂ ਕਿ ਇਸ ਪ੍ਰੋਬਲਮ ਦੇ ਲਈ ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਫॉर ਲੈਮਡਾ 0 ਲੈਮਡਾ ਪੋਜ਼ਿਟਿਵ ਲੈਮਡਾ ਨੈਗੇਟਿਵ ਤਾਂ ਆਪਾਂ ਦੇਖਦੇ ਹਾਂ ਕਿ ਇਹਦੀ ਆਈਗਨ ਵੈਲਿਊ ਜਿਹੜੀ ਆਉਂਦੀ ਹੈ ਫॉर ਦੀ ਕੇਸ ਆਫ ਲੈਮਡਾ ਪੋਜ਼ਿਟਿਵ ਇਟ ਇਜ਼ n ਸਕੁਅਰ ਪਾਈ ਸਕੁਅਰ ਅਪੋਨ l ਸਕੁਅਰ ਤੇ ਇਹਦੇ ਕੋਰਸਪੋਂਡਿੰਗਲੀ ਇਹਦਾ ਆਈਗਨ ਫੰਕਸ਼ਨ ਜਿਹੜਾ ਆਉਂਦਾ ਆ that is also sin n pi x upon l ਇੱਥੇ ਜਿਹੜਾ ਮੈਂ ਸਾਈਨ ਯੂਜ਼ ਕੀਤਾ ਆ which is this one ਆ ਜਿਹੜਾ ਸਾਈਨ ਹੈ ਇਹ ਪ੍ਰਪੋਰਸ਼ਨੈਲਿਟੀ ਦਾ ਸਾਈਨ ਹੈ ਆਈਗਨ ਫੰਕਸ਼ਨ ਇਜ਼ ਪ੍ਰਪੋਰਸ਼ਨਲ ਟੂ ਦਿਸ ਕਿਉਂਕਿ ਮੈਂ ਇਹਦੇ 'ਚ ਕੌਨਸਟੈਂਟ ਨਹੀਂ ਲਿਖਿਆ ਐਕਚੁਅਲੀ 'ਚ ਆਉਂਦਾ ਹੁੰਦਾ cn ਜਿਹੜਾ ਆਈਗਨ ਫੰਕਸ਼ਨ ਹੈ phi n x ਜਿਹਨੂੰ ਆਪਾਂ ਲਿਖਦੇ ਹਾਂ which is cn into sin n pi x n pi x upon l ਠੀਕ ਹੈ ਇਸ ਤਰੀਕੇ ਨਾਲ ਆਉਂਦਾ ਤੇ ਮੈਂ cn ਹਟਾਤਾ ਤੇ ਪ੍ਰਪੋਰਸ਼ਨਲ ਹੋ ਜਾਏਗਾ ਇਕੁਅਲ ਟੂ ਦੀ ਬਜਾਏ ਸੋ ਆਈਗਨ ਫੰਕਸ਼ਨ ਇਜ਼ ਪ੍ਰਪੋਰਸ਼ਨਲ ਟੂ ਦਿਸ ਥਿੰਗ ਸਾਡੇ ਕੋਲ ਹੁਣ ਲੈਮਡਾ ਦੀ ਵੈਲਿਊ ਮਿਲ ਗਈ ਹੈ ਦਿਸ ਇਜ਼ ਦੀ ਵੈਲਿਊ ਆਫ ਲੈਮਡਾ ਵਿਚ ਵੀ ਕੈਨ ਪੁੱਟ ਹੇਅਰ ਜਿਹੜੀ ਲੈਮਡਾ ਦੀ ਵੈਲਿਊ ਆਈ ਉਹ ਆਪਾਂ ਇਹ 'ਚ ਪੁੱਟ ਕਰ ਸਕਦੇ ਹਾਂ ਤੇ ਇਹ ਸਾਡੀ ਇਕੁਏਸ਼ਨ ਜਿਹੜੀ ਆ ਇਹ ਟੀ ਦੀ ਫਾਰਮ 'ਚ ਆਪਾਂ ਇਹਨੂੰ ਸੋਲਵ ਕਰ ਲਾਂਗੇ ਠੀਕ ਹੈ ਨਾਓ ਲੈਟ ਅਸ ਸੀ now putting the values here of lambda we get this thing so ਇਹ ਜਿਹੜਾ auxiliary equation ਆ ਜਾਏਗੀ d square plus this thing ਇਹਨੂੰ ਉੱਧਰ ਸ਼ਿਫਟ ਕਰ ਦੇ ਤਾਂ d ਦੇ ਰੂਟ ਆ ਗਏ ਜਿਹੜੇ ਕਿ ਇਮੈਜਿਨਰੀ ਰੂਟ ਹੈ ਤਾਂ ਇਹਦਾ ਜਿਹੜਾ cf ਹੈ ਜਿਹਨੂੰ ਆਪਾਂ ਕੰਪਲੀਮੈਂਟਰੀ ਫੰਕਸ਼ਨ ਬੋਲਦੇ ਆ ਉਹ ਆਏਗਾ c1 into cos of this angle into t ਕਿਉਂਕਿ ਫੰਕਸ਼ਨ t ਦਾ ਸੀਗਾ ਨਾ ਤਾਂ in terms of t ਤੇ c2 sin n pi alpha upon l t ਸੋ ਹੁਣ ਇਹਦੇ ਵਿੱਚ ਵੀ ਆਪਾਂ ਬਾਉਂਡਰੀ ਕੰਡੀਸ਼ਨ ਯੂਜ਼ ਕਰਕੇ ਦੇਖਣਾ ਹੈ ਕਿ ਇਹ C1 C2 ਕੀ ਆਣਗੇ ਫॉर दैट ਕਿਉਂਕਿ ਆਪਾਂ ਪਹਿਲੀ ਬਾਉਂਡਰੀ ਕੰਡੀਸ਼ਨ ਯੂਜ਼ ਕਰ ਚੁੱਕੇ ਹੁਣ ਆਪਾਂ ਦੂਜੀ ਚੀਜ਼ ਯੂਜ਼ ਕਰਦੇ ਹਾਂ ਜਿਹੜੀ ਕਿ ਆਈ ਵਿਲ ਸ਼ੋ ਯੂ these initial conditions as I have told you ਕਿ ਦੀ fx ਤੇ gx ਦੀ ਵੈਲਿਊ ਜਾਂ ਤਾਂ ਦੋਨੋਂ ਨੋਨ ਜ਼ੀਰੋ ਹੋਣਗੇ ਜਾਂ ਦੋਨਾਂ ਵਿੱਚੋਂ ਇੱਕ ਜ਼ੀਰੋ ਹੋਏਗਾ ਤਾਂ ਸਾਡੇ ਕੋਲ ਤਿੰਨ ਕੇਸ ਬਣਨਗੇ ਜਾਂ ਤਾਂ fx 0 gx ਨਾਟ ਜ਼ੀਰੋ ਜਾਂ ਫਿਰ fx ਨਾਟ ਜ਼ੀਰੋ gx ਜ਼ੀਰੋ ਜਾਂ ਫਿਰ ਦੋਨੋਂ ਨਾਟ ਜ਼ੀਰੋ ਠੀਕ ਹੈ ਤਾਂ ਇਹ ਆਪਾਂ ਦੇਖਦੇ ਹਾਂ ਕਿ ਤਿੰਨੋਂ ਕੇਸਿਸ ਦੇ ਅਕੋਰਡਿੰਗਲੀ ਸੋਲਿਊਸ਼ਨ ਦੀ ਫਾਰਮੇਸ਼ਨ ਕਿਸ ਤਰੀਕੇ ਨਾਲ ਹੋਏਗੀ ਸੋ ਹੇਅਰ ਇਜ਼ ਦੀ ਫਸਟ ਕੇਸ ਜਦੋਂ ਆਪਾਂ ਇਨੀਸ਼ੀਅਲ ਡਿਸਪਲੇਸਮੈਂਟ ਜਿਹੜੀ ਆ ਉਹ ਨੋਨ ਜ਼ੀਰੋ ਲੈਣਾ ਮਤਲਬ fx ਜਿਹੜਾ ਆ ਉਹ ਨਾਟ ਇਕੁਅਲ ਟੂ ਜ਼ੀਰੋ ਇਨੀਸ਼ੀਅਲ ਡਿਸਪਲੇਸਮੈਂਟ ਤੇ ਜਿਹੜੀ ਇਨੀਸ਼ੀਅਲ ਵੈਲੋਸਿਟੀ ਹੈ ਜਿਹੜਾ utx ਜ਼ੀਰੋ ਹੈ gx ਹੁੰਦਾ ਜਿਹੜਾ ਉਹਨੂੰ ਆਪਾਂ ਜ਼ੀਰੋ ਲੈ ਲਿਆ ਪਹਿਲੇ ਕੇਸ 'ਚ fx ਨਾਟ ਜ਼ੀਰੋ gx ਜ਼ੀਰੋ ਸੋ ਜਦੋਂ ਇਨੀਸ਼ੀਅਲ ਵੈਲੋਸਿਟੀ ਜ਼ੀਰੋ ਹੈ ਤਾਂ ਇਨੀਸ਼ੀਅਲ ਵੈਲੋਸਿਟੀ u ਨੂੰ ਆਪਾਂ x into t ਦੀ ਫਾਰਮ 'ਚ ਲਿਖਿਆ ਸੀ ਉਹਦੇ ਵਿੱਚ ਵੀ ਸਾਡੇ ਕੋਲ ਆ ਜਾਏਗਾ x of x t ਡੈਸ਼ ਜ਼ੀਰੋ ਕਿਉਂਕਿ t ਫੰਕਸ਼ਨ ਜਿਹੜਾ ਆ ਉਹ ਸਮਾਲ t ਦਾ ਫੰਕਸ਼ਨ ਹੈ ਨਾ ਤਾਂ ਉਹਦੀ ਜਗ੍ਹਾ 'ਤੇ ਜ਼ੀਰੋ ਪੁੱਟ ਕਰ ਦਿੰਦੇ ਆ ਤਾਂ ਇਹ ਆ ਜਾਏਗਾ ਸਾਡੇ ਕੋਲ t ਡੈਸ਼ ਜ਼ੀਰੋ ਇਜ਼ ਜ਼ੀਰੋ ਕਿਉਂਕਿ x ਜ਼ੀਰੋ ਨਹੀਂ ਹੈ ਤਾਂ t ਡੈਸ਼ ਜ਼ੀਰੋ ਜ਼ੀਰੋ ਆ ਜਾਏਗਾ ਸੋ t ਡੈਸ਼ ਜ਼ੀਰੋ ਜ਼ੀਰੋ ਮੀਨਸ ਜਦੋਂ ਆਪਾਂ t ਨੂੰ ਜ਼ੀਰੋ ਪੁੱਟ ਕਰਦੇ ਹਾਂ ਤਾਂ t ਡੈਸ਼ ਵੀ ਜ਼ੀਰੋ ਆਉਂਦਾ ਹੈ ਇਹ ਸਾਡੇ ਕੋਲ ਇੱਕ ਕੰਡੀਸ਼ਨ ਮਿਲ ਗਈ ਜਿਹੜੀ ਆਪਾਂ ਇਹਦੇ 'ਚ ਪੁੱਟ ਕਰਨੀ ਆ ਤਾਂ ਇਹ ਤਾਂ t ਹੈ ਤਾਂ ਪਹਿਲਾਂ ਇਹਦਾ ਡੈਰੀਵੇਟਿਵ ਲਿਖਾਂਗੇ t ਡੈਸ਼ टी डैश का डेरीवेटिव लिख लिया फिर टी डैश की जगह तो इतने जीरो लिख देना तो उधर भी टी की जगह तो जीरो तो उहदे नाल की होएगा जो साइन वाला फंक्शन तो खत्म हो जाएगा सिर्फ कॉस वाला बचेगा वो भी कॉस जीरो वन होंगे तो गैट दिस ओनली C2 इंटू n पाई अल्फा अपॉन l इज जीरो सो आ चीज़ तो जीरो नहीं है ना n जीरो ना पाई ना अल्फा तो इस करके C2 विल बी जीरो जो C2 जीरो आ गया तो आ टर्म खत्म हो जाएगी तो साढ़े कोल t की वैल्यू आ गई C1 इंटू कॉस n पाई अल्फा t अपॉन अल्फा तो साढ़े को t की वैल्यू आ गई x की वैल्यू असी ऑलरेडी लिखी सी जो आइगन फंक्शन हुणे सॉल्व किया सो दैट इज़ प्रपोर्शनल टू साइन n पाई x अपॉन l तो उन्होंने दोनों की प्रोडक्ट जी है वो साढ़े को u आ जाएगी तो u इज़ प्रोडक्ट ऑफ दीज टू फंक्शंस x एंड t सो t की वैल्यू t the value so this is the value of x that we have already solved in the first page of this solution now u a है तो uxt की आ जाए un की वैल्यू है तो वो summation of all these terms के n की वैल्यूज जो पुट करांगे उन्होंने ऐड करांगे that will give us the total solution which is this so ये साडा first case का solution है जो आप कहने हैं कि fx is नॉट जीरो gx इज़ जीरो इनीशियल वेलोसिटी अगर जीरो दिती होवे फिर साडे कोल इस तरीके सोल्यूशन आ जाता हुण ये cn की आएगा cn नूं सॉल्व करन दे लई आपां की करना आ वी विल पुट
ਦੀ ਅਦਰ ਜਿਹੜੀ ਕੰਡੀਸ਼ਨ ਆ ਕਿ ਐਫ ਐਕਸ ਨਾਟ ਜ਼ੀਰੋ, ਤੋਂ ਅਸੀਂ ਲਿਖਦੇ ਹਾਂ ਇਨੀਸ਼ੀਅਲ ਡਿਸਪਲੇਸਮੈਂਟ ਯੂ ਐਕਸ ਜ਼ੀਰੋ। ਜੇ ਆਪਾਂ ਟੀ ਨੂੰ ਜ਼ੀਰੋ ਪੁੱਟ ਕਰ ਦਿੰਦੇ ਹਾਂ ਇੱਥੇ, ਤਾਂ ਦੈਟ ਵਿਲ ਗਿਵ ਅਸ ਓਨਲੀ ਦਿਸ, ਐਂਡ ਦਿਸ ਇਜ਼ ਗਿਵਨ ਟੂ ਵੀ ਐਫ ਐਕਸ, ਜਿਹੜੀ ਫਸਟ ਇਨੀਸ਼ੀਅਲ ਕੰਡੀਸ਼ਨ ਹੈ। ਹੁਣ ਅਗਰ ਇਹ ਆ ਗਿਆ ਤਾਂ ਇਹਨੂੰ ਆਪਾਂ ਜਿਹਨੂੰ ਫੋਰੀਅਰ ਐਕਸਪੈਂਸ਼ਨ, ਫੋਰੀਅਰ ਸਾਈਨ ਐਕਸਪੈਂਸ਼ਨ ਦੇ ਅਕੋਰਡਿੰਗਲੀ ਸੀ ਐਨ ਦੀ ਵੈਲਿਊ ਆ ਜਾਏਗੀ 2/L। L ਕੀ ਹੈ? ਲੈਂਥ ਆਫ ਦੀ ਸਟਰਿੰਗ। ਐਫ ਐਕਸ ਆ ਜਿਹੜੀ ਵੈਲਿਊ ਦਿੱਤੀ ਹੋਈ ਆ, ਸਾਈਨ ਐਨ ਪਾਈ ਐਕਸ ਆਹੀ ਵਾਲੀ ਟਰਮ ਆ ਜਾਏਗੀ। ਸੋ ਦਿਸ ਇਜ਼ ਦੀ ਫਾਰਮੂਲਾ ਆਫ ਫਾਈਂਡਿੰਗ ਦੀ ਵੈਲਿਊ ਆਫ ਸੀ ਐਨ, ਰਾਈਟ। ਤਾਂ ਸੀ ਐਨ ਆ ਗਿਆ ਤਾਂ ਸੀ ਐਨ ਵਾਪਸ ਇੱਥੇ ਲਿਖ ਦਾਂਗੇ ਅਤੇ ਸਾਡੇ ਕੋਲ ਇਹ ਫੰਕਸ਼ਨ ਆ ਜਾਏਗਾ। ਸੋ ਇਸ ਤਰੀਕੇ ਨਾਲ ਅਸੀਂ ਇਹਨੂੰ ਸੋਲਵ ਕਰਦੇ ਹਾਂ। ਹੁਣ ਆਪਾਂ ਦੇਖਦੇ ਹਾਂ ਸੈਕਿੰਡ ਕੇਸ। ਸੈਕਿੰਡ ਕੇਸ ਦੇ ਵਿੱਚ ਜਦੋਂ ਸਾਡੇ ਕੋਲ ਐਫ ਐਕਸ ਜ਼ੀਰੋ ਹੋਵੇ ਅਤੇ ਜੀ ਐਕਸ ਜ਼ੀਰੋ ਨਾ ਹੋਵੇ। ਹੁਣ ਇਹਦੇ ਵਿੱਚ ਵੀ ਇਸੇ ਤਰੀਕੇ ਨਾਲ ਕਰਨਾ, ਐਫ ਐਕਸ ਜ਼ੀਰੋ ਮਤਲਬ ਯੂ ਐਕਸ ਜ਼ੀਰੋ ਇਜ਼ ਜ਼ੀਰੋ, ਦੈਟ ਵਿਲ ਗਿਵ ਅਸ C1 ਇਜ਼ ਜ਼ੀਰੋ ਫਰੋਮ 1, ਕਿਉਂਕਿ ਜਿਹੜਾ ਆਪਾਂ ਉੱਪਰ ਲਿਖਿਆ ਹੋਇਆ ਨਾ ਵੈਲਿਊ ਜਿਹੜੀ ਦਿਸ 1 ਆ ਜਿਹੜੀ ਵੈਲਿਊ ਲਿਖੀ ਹੋਈ ਆ, ਇਹਦੇ ਵਿੱਚ ਜਦੋਂ ਆਪਾਂ ਪੁੱਟ ਕਰਾਂਗੇ ਤਾਂ ਯੂ ਵਿਲ ਗੈਟ ਜ਼ੀਰੋ ਦੀ ਵੈਲਿਊ ਆਫ C1। तो जो C1 0 आ गया, then we will have t as C2 sin n pi alpha t upon L. So now we will put this value in U। ਜਦੋਂ ਆਪਾਂ ਇਹਨੂੰ ਪੁੱਟ ਕਰਦੇ ਹਾਂ ਹੁਣ ਯੂ ਐਕਸ ਟੀ ਦੇ ਵਿੱਚ, ਵਿਚ ਇਜ਼ ਪ੍ਰੋਡਕਟ ਆਫ ਦੀਸ ਟੂ, ਪ੍ਰੋਡਕਟ ਆਫ ਐਕਸ ਐਂਡ ਟੀ। ਤਾਂ ਐਕਸ ਦੀ ਵੈਲਿਊ ਆਪਾਂ ਪਹਿਲੇ ਲਿਖੀ ਹੋਈ ਆ, ਟੀ ਦੀ ਵੈਲਿਊ ਆ ਸਾਡੇ ਕੋਲ ਆ ਗਈ, ਅਤੇ ਹੁਣ ਆ ਆਪਾਂ ਕੌਨਸਟੈਂਟ ਲੈ ਲੈਂਦੇ ਹਾਂ ਕਿਉਂਕਿ ਪ੍ਰੋਪੋਰਸ਼ਨਲ ਸੀ ਟੂ ਵੀ ਟੇਕ ਕੌਨਸਟੈਂਟ ਐਂਡ ਸਮੇਸ਼ਨ ਵੇਅਰ ਐਨ ਵੇਰੀ ਫਰੋਮ 1 to ਇਨਫਿਨਿਟੀ। ਹੁਣ ਇਹਦੇ ਵਿੱਚੋਂ ਫਿਰ ਸਾਨੂੰ ਕੇ ਦੀ ਵੈਲਿਊ ਸੋਲਵ ਕਰਨ ਲਈ ਦੂਸਰੀ ਇਨੀਸ਼ੀਅਲ ਕੰਡੀਸ਼ਨ ਜਿਹੜੀ ਜੀ ਐਕਸ ਹੈ, ਵੇਅਰ ਜੀ ਐਕਸ ਇਜ਼ ਨਾਟ ਜ਼ੀਰੋ, ਪੁੱਟ ਕਰਦੇ ਹਾਂ। ਜੋ ਟੀ ਨੂੰ ਜਦੋਂ ਆਪਾਂ ਇੱਥੇ ਜ਼ੀਰੋ ਪੁੱਟ ਕਰਨਾ ਆ, ਟੀ ਜ਼ੀਰੋ ਟੀ ਯੂ ਟੀ ਇਜ਼ ਜ਼ੀਰੋ, ਇਟ ਮੀਨਸ ਜਦੋਂ ਆਪਾਂ ਸਿੱਧਾ ਨਹੀਂ ਟੀ ਨੂੰ ਜ਼ੀਰੋ ਪੁੱਟ ਕਰਨਾ, ਇਹਦੇ ਵਿੱਚ ਪਹਿਲਾਂ ਇਹਦਾ ਡੈਰੀਵੇਟਿਵ ਲੈਣਾ। ਜਦੋਂ ਆਪਾਂ ਇਹਦਾ ਡੈਰੀਵੇਟਿਵ ਲਵਾਂਗੇ, ਸੋ ਆਹ ਜਿਹੜੀ ਟਰਮ ਐਜ਼ ਇਟ ਇਜ਼ ਰਹੇਗੀ, ਜਿਹੜੀ ਆ ਸਾਈਨ ਦਾ ਡੈਰੀਵੇਟਿਵ ਕਾਸ ਆ ਜਾਣਾ, ਕਿਉਂਕਿ ਟੀ ਸਿਰਫ ਇੱਥੇ ਐਗਜ਼ਿਸਟ ਕਰਦਾ, ਅਸੀਂ ਇਹਨੂੰ ਡਿਫਰੈਂਸ਼ੀਏਟ ਕਰਨਾ ਵਿਦ ਰਿਸਪੈਕਟ ਟੂ ਟੀ। ਤਾਂ ਸਾਈਨ ਦਾ ਡੈਰੀਵੇਟਿਵ ਕਾਸ ਆਫ ਦਿਸ, ਅਤੇ ਇਹਦੇ ਜਿਹੜਾ ਟੀ ਦਾ ਕੋਫੀਸ਼ੀਐਂਟ ਹੈ ਉਹ ਨਾਲ ਮਲਟੀਪਲਾਈ ਹੋ ਜਾਣਾ। ਅਤੇ ਇਹਦੇ ਵਿੱਚ ਹੁਣ ਜਦੋਂ ਆਪਾਂ ਜ਼ੀਰੋ ਪੁੱਟ ਕਰਨਾ ਟੀ ਨੂੰ, ਤਾਂ ਕਾਸ ਜ਼ੀਰੋ ਇਜ਼ 1, ਸਾਡੇ ਕੋਲ ਆਹ ਟਰਮ ਬਚ ਗਈ ਕੇ ਐਨ ਇਨਟੂ ਦਿਸ ਟਰਮ ਕੌਨਸਟੈਂਟ ਆ ਬਣ ਗਿਆ। ਅਤੇ ਅਕੋਰਡਿੰਗ ਟੂ ਅਵਰ ਫੋਰੀਅਰ ਐਕਸਪੈਂਸ਼ਨ ਇਹਦੀ ਵੈਲਿਊ ਕੀ ਹੁੰਦੀ ਆ, ਜਿਹੜਾ ਵੀ ਇੱਥੇ ਮਲਟੀਪਲ ਆਏਗਾ, ਕੋਫੀਸ਼ੀਐਂਟ ਆਏਗਾ, ਦਿਸ ਇਜ਼ ਇਕੁਅਲ ਟੂ 2/L ਇੰਟੈਗਰਲ 0 to 1, ਦਿਸ ਇਜ਼ ਐਫ ਐਕਸ ਦੀ ਜਗ੍ਹਾ ਜੀ ਐਕਸ ਆ ਗਿਆ, ਜੀ ਐਕਸ ਇੰਟੂ ਸਾਈਨ ਐਨ ਪਾਈ ਐਕਸ ਅਪੋਨ ਐਲ। ਸੋ ਵੀ ਗੈਟ ਦੀ ਵੈਲਿਊ ਆਫ ਕੇ ਐਨ, ਇਹਨੂੰ ਇੱਧਰ ਸ਼ਿਫਟ ਕਰ ਦਿੱਤਾ ਤਾਂ ਕੇ ਐਨ ਦੀ ਵੈਲਿਊ ਆ ਗਈ। ਤਾਂ ਕੇ ਐਨ ਦੀ ਵੈਲਿਊ ਇਸ ਤਰੀਕੇ ਨਾਲ ਆਪਾਂ ਸੋਲਵ ਕਰ ਲੈਣੀ, ਕਿਉਂਕਿ ਜੀ ਐਕਸ ਗਿਵਨ ਹੋਏਗਾ, ਅਤੇ ਇਹਨੂੰ ਫਿਰ ਵਾਪਸ ਪੁੱਟ ਕਰਾਂਗੇ ਤਾਂ ਸਾਡੇ ਕੋਲ ਵੈਲਿਊ ਜਿਹੜੀ ਆ ਫੰਕਸ਼ਨ ਦੀ ਸੋਲਿਊਸ਼ਨ ਜਿਹੜਾ ਉਹ ਇਹ ਆ ਜਾਏਗਾ ਆਫਟਰ ਪੁਟਿੰਗ ਦੀ ਵੈਲਿਊ ਆਫ ਕੇ ਐਨ ਹੇਅਰ। ਸੋ ਦੈਟ ਇਜ਼ ਦੀ ਸੈਕਿੰਡ ਕੇਸ। ਹੁਣ ਆਪਾਂ ਥਰਡ ਕੇਸ ਆਨੇ, ਜਦੋਂ ਦੋਨਾਂ ਵਿੱਚੋਂ ਕੋਈ ਵੀ ਜ਼ੀਰੋ ਨਹੀਂ ਹੈ, ਨਾ ਐਫ ਐਕਸ ਜ਼ੀਰੋ ਹੈ ਨਾ ਜੀ ਐਕਸ ਜ਼ੀਰੋ ਹੈ, ਠੀਕ ਹੈ। ਉਸ ਕੇਸ ਦੇ ਵਿੱਚ ਅਸੀਂ ਇਹਦੇ 'ਚ ਸਿੰਪਲੀਫਾਈ ਕਿੱਦਾਂ ਕਰਨਾ, ਯੂ ਐਕਸ ਟੀ ਨੂੰ ਸਮ ਆਫ ਟੂ ਫੰਕਸ਼ਨ ਲੈ ਲੈਣਾ। ਇਹ ਜਿਹੜੇ ਦੋ ਫੰਕਸ਼ਨ ਆ, ਜਿਹੜੇ ਡਬਲਿਊ ਫਸਟ ਕੇਸ ਵਾਲਾ ਆ, ਫਸਟ ਕੇਸ ਕੀ ਸੀਗਾ ਕਿ ਜਦੋਂ ਆਪਣੇ ਕੋਲ ਐਫ ਐਕਸ ਜਿਹੜਾ ਆ ਉਹ ਨਾਟ ਜ਼ੀਰੋ ਅਤੇ ਜੀ ਐਕਸ ਜ਼ੀਰੋ ਹੋਵੇ। ਇਸੇ ਤਰੀਕੇ ਨਾਲ ਇਹ ਸੈਕਿੰਡ ਕੇਸ ਹੈ। ਜਦੋਂ ਇਹਨੂੰ ਸੈਪਰੇਟਲੀ ਫਸਟ ਕੇਸ ਵਾਲਾ ਆਪਾਂ ਦੇਖਿਆ ਸੀਗਾ ਸੋਲਿਊਸ਼ਨ ਕਿ ਡਬਲਿਊ ਐਕਸ ਜ਼ੀਰੋ ਇਜ਼ ਐਫ ਐਕਸ ਅਤੇ ਵੀ ਐਕਸ ਜ਼ੀਰੋ ਇਜ਼ ਜ਼ੀਰੋ। ਸੋ ਇਹ ਸਾਡਾ ਜਿਹੜਾ ਸੀਗਾ ਫਸਟ ਕੇਸ ਸੀਗਾ, ਉਹਦੇ ਅਕੋਰਡਿੰਗਲੀ ਫਿਰ ਇਹਦਾ ਜਿਹੜਾ ਡੈਰੀਵੇਟਿਵ ਹੈ ਉਹ ਇਹਦੇ 'ਚ, ਕਿਉਂਕਿ ਫਸਟ ਕੇਸ ਦੇ ਵਿੱਚ ਇਹਦਾ ਡੈਰੀਵੇਟਿਵ ਜ਼ੀਰੋ ਸੀ, ਅਤੇ ਸੈਕਿੰਡ ਕੇਸ ਦੇ ਵਿੱਚ ਆਹ ਸੈਕਿੰਡ ਕੇਸ ਵਾਲਾ ਹੈ, ਠੀਕ ਹੈ। ਸੈਕਿੰਡ ਕੇਸ ਦੇ ਵਿੱਚ ਇਨੀਸ਼ੀਅਲ ਡਿਸਪਲੇਸਮੈਂਟ ਜ਼ੀਰੋ ਹੈ ਅਤੇ ਡੈਰੀਵੇਟਿਵ ਜਿਹੜਾ ਹੈ ਵੈਲੋਸਿਟੀ ਜਿਹੜੀ ਉਹ ਜੀ ਐਕਸ ਦੇ ਬਰਾਬਰ ਆ। ਅਗਰ ਆਪਾਂ ਇਹਨਾਂ ਦੋਨਾਂ ਨੂੰ ਇਹਦੀ ਕੰਡੀਸ਼ਨਸ 'ਚ ਪੁੱਟ ਕਰੀਏ ਤਾਂ ਦੋਨੋਂ ਕੰਡੀਸ਼ਨ ਆ ਜਾਂਦੀਆਂ। ਅਤੇ ਹੁਣ ਅਗਰ ਆਪਾਂ ਜਿਹੜਾ ਕੁਐਸਚਨ ਦੇਖੀਏ ਉਹਦੇ ਵਿੱਚ ਅਗਰ ਇਹਨਾਂ ਨੂੰ ਯੂ ਐਕਸ ਟੀ ਨੂੰ ਆਹ ਵੈਲਿਊ ਪੁੱਟ ਕਰਾਂਗੇ ਤਾਂ ਇਹ ਆ ਜਾਏਗਾ ਅਲਫਾ ਡਬਲਿਊ ਡਬਲ ਐਕਸ ਪਲੱਸ ਅਲਫਾ ਸਕੇਅਰ ਵੀ ਡਬਲ ਐਕਸ। ਤੁਸੀਂ ਕੁਐਸਚਨ ਦੇ ਵਿੱਚ ਇਹਨੂੰ ਪੁੱਟ ਕਰ ਦੇਣੀ, ਇਕੁਏਸ਼ਨ ਸੀਗੀ ਇਜ਼ ਇਕੁਅਲ ਟੂ ਯੂ ਡਬਲ ਟੀ। ਸੋ ਜਦੋਂ ਆਪਾਂ ਇਹਨਾਂ ਨੂੰ ਪੁੱਟ ਕਰਦੇ ਹਾਂ ਔਰ ਇਹਨਾਂ ਨੂੰ ਇਨੀਸ਼ੀਅਲ ਕੰਡੀਸ਼ਨ ਨੂੰ ਵੀ ਆਪਾਂ W ਅਤੇ V ਦੀ ਫਾਰਮ 'ਚ ਲੈ ਆਉਂਦੇ ਹਾਂ, ਯੂ ਕੈਨ ਸੀ ਹੇਅਰ ਦੀਜ਼ ਆਰ ਦੀ ਇਨੀਸ਼ੀਅਲ ਕੰਡੀਸ਼ਨ ਹੇਅਰ। ਅਤੇ ਜਦੋਂ ਆਪਾਂ ਇਹਨਾਂ ਨੂੰ ਇਨੀਸ਼ੀਅਲ ਕੰਡੀਸ਼ਨ ਅਤੇ ਆਹ ਵਾਲੀ ਜਿਹੜੀ ਇਕੁਏਸ਼ਨ ਸਾਡੇ ਕੋਲ ਬਣ ਗਈਆਂ, ਉਸ ਤੋਂ ਬਾਅਦ ਯੂ ਕੈਨ ਸੀ ਕਿ ਆਹ ਜਿਹੜੀ ਇਕੁਏਸ਼ਨ ਆਹੀ ਬਰਾਬਰ ਆ ਗਈ ਇਹਦੇ। ਸੋ ਆਹੀ ਸਾਡੇ ਕੋਲ ਕੰਡੀਸ਼ਨ ਸੀਗੀ, ਇਕੁਏਸ਼ਨ ਜਿਹੜੀ ਆਪਾਂ ਸੋਲਵ ਕੀਤੀਆਂ ਸੀ। ਇਹਦਾ ਸੋਲਿਊਸ਼ਨ ਸਾਡੇ ਕੋਲ ਕੀ ਆਏਗਾ
ਕੀ ਆਏਗਾ ਦੋਨਾਂ ਦਾ ਸਮ, ਕਿਉਂਕਿ W ਵਾਲੀ ਇਕੁਏਸ਼ਨ ਜਿਹੜੀ ਆ ਉਹ ਫਸਟ ਕੇਸ ਵਾਲੀ ਬਣ ਜਾਏਗੀ, V ਵਾਲੀ ਇਕੁਏਸ਼ਨ ਉਹ ਸੈਕਿੰਡ ਕੇਸ, ਤੇ ਦੋਨੋਂ ਕੇਸਿਸ ਦਾ ਜਿਹੜਾ ਸੋਲਿਊਸ਼ਨ ਆਇਆ ਸੀ ਉਹਦਾ ਸਮ ਹੋ ਜਾਣਾ ਇੱਥੇ, ਕਿਉਂਕਿ ਆਪਾਂ U ਨੂੰ ਦੋਨਾਂ ਦਾ ਸਮ ਲਿਆ, ਫਸਟ ਕੇਸ ਵਾਲਾ ਆਨਸਰ ਤੇ ਸੈਕਿੰਡ ਕੇਸ ਵਾਲੇ ਆਨਸਰ ਦਾ ਸਮ। ਸੋ ਇਸ ਤਰੀਕੇ ਨਾਲ ਜਿਹੜੇ ਆਪਾਂ ਆਲਰੇਡੀ ਸੋਲਵ ਕੀਤੀ ਸੀ ਇਹ ਵੈਲਿਊ, ਉਹਨਾਂ ਦਾ ਹੀ ਸਮ ਆ ਜਾਏਗਾ, ਫਸਟ ਕੇਸ ਵਾਲਾ ਸੋਲਿਊਸ਼ਨ ਪਲੱਸ ਸੈਕਿੰਡ ਕੇਸ ਵਾਲਾ ਸੋਲਿਊਸ਼ਨ। CN ਦੀ ਵੈਲਿਊ ਉਹੀ ਜਿਹੜੀ ਆਪਾਂ ਲਿਖੀ ਹੈ ਫਸਟ ਕੇਸ ਦੇ ਵਿੱਚ, ਤੇ KN ਦੀ ਵੈਲਿਊ ਸੈਕਿੰਡ ਕੇਸ ਵਾਲੀ। ਸੋ ਇਸ ਤਰੀਕੇ ਨਾਲ ਜਦੋਂ ਦੋਨੋਂ ਹੀ ਨੋਨ ਜ਼ੀਰੋ ਹੈ ਤਾਂ ਆਪਾਂ ਦੋਨੋਂ ਜਿਹੜੇ ਸੋਲਿਊਸ਼ਨ ਕੱਢਦੇ ਆ ਅਲੱਗ-ਅਲੱਗ ਸੈਪਰੇਟ, ਉਹਨਾਂ ਦਾ ਸਮ ਕਰਕੇ ਸਾਡੇ ਕੋਲ ਥਰਡ ਕੇਸ ਆ ਜਾਂਦਾ ਆ। ਸੋ ਨਾਓ ਵੀ ਵਿਲ ਸੀ ਵਨ ਆਫ ਦੀ ਐਗਜ਼ਾਮਪਲ। Here is the example. A tightly stretched string of length L length ਦਿੱਤੀ ਉਹ string ਦੀ, ਉਹਦੇ ਦੋ ਐਂਡ ਹੋਣਗੇ, ਇੱਕ 0 ਤੇ ਇੱਕ L, has its end point fasten at x is equal to 0 and x is equal to L. The midpoint of the string is taken to the height h. ਤੋ ਮਿਡ ਪੁਆਇੰਟ ਜਿਹੜਾ ਸਟਰਿੰਗ ਦਾ ਆ ਉਹਨੂੰ h ਹਾਈਟ ਤੱਕ ਉਹਨੂੰ ਖਿੱਚ ਲਿਆ, ਉੱਪਰ ਨੂੰ ਸਟਰੈਚ ਕਰ ਲਿਆ, ਦੈਨ ਰਿਲੀਜ਼ਡ ਫਰੋਮ ਰੈਸਟ, ਤੇ ਉਹਨੂੰ ਛੱਡ ਦਿੱਤਾ। ਜਦੋਂ ਆਪਾਂ ਉਹਨੂੰ ਛੱਡਿਆ ਇਨ ਦੈਟ ਪੋਜੀਸ਼ਨ, ਫਿਰ ਉਹਦੀ ਡਿਸਪਲੇਸਮੈਂਟ ਜਿਹੜੀ ਆ ਉਹ ਕੀ ਹੋਏਗੀ, ਕਿੰਨੀ ਹੋਏਗੀ ਐਟ ਟਾਈਮ ਟੀ। ਡਿਸਪਲੇਸਮੈਂਟ ਮਤਲਬ ਆਪਾਂ UXT ਫੰਕਸ਼ਨ ਫਾਈਂਡ ਆਊਟ ਕਰਨਾ। ਤੋ ਕਿਉਂਕਿ ਵੇਵ ਇਕੁਏਸ਼ਨ ਦਾ ਸਟਰਿੰਗ ਵਾਲਾ ਕੁਐਸਚਨ ਹੈ, ਮੀਨਸ ਵੇਵ ਇਕੁਏਸ਼ਨ ਹੈ, ਵੇਵ ਇਕੁਏਸ਼ਨ ਆਪਾਂ ਯਾਦ ਰੱਖਣੀ, ਆਹੀ ਲੈਣੀ ਆ, ਆਹ ਇਹਦੀ ਇਨੀਸ਼ੀਅਲ ਕੰਡੀਸ਼ਨ ਦਿੱਤੀਆਂ ਹੋਈਆਂ, ਠੀਕ ਹੈ। ਤੇ ਆਹ ਸਟਰਿੰਗ ਹੈ 0 ਦੇ ਉੱਤੇ ਤੇ L ਦੇ ਉੱਤੇ ਉਹਨੂੰ ਫਾਸਟ ਕੀਤਾ ਆ, ਤੇ ਆਹ ਜਿਹੜਾ ਮਿਡ ਪੁਆਇੰਟ ਹੈ, ਜਿਹੜਾ L ਟੋਟਲ ਲੈਂਥ ਹੈ ਤਾਂ L/2 ਇਹਦਾ ਮਿਡ ਪੁਆਇੰਟ ਆਏਗਾ, ਇੱਥੋਂ ਇਹਨੂੰ ਉੱਪਰ ਨੂੰ ਖਿੱਚ ਦਿੱਤਾ h ਹਾਈਟ ਦੇ ਉੱਤੇ। ਹੁਣ ਆਪਾਂ ਦੇਖੀਏ ਕਿ ਇਸ ਜਿਹੜੀ ਪੋਜੀਸ਼ਨ ਹੈ ਉਸ ਤੋਂ ਬਾਅਦ ਉਹਨੂੰ ਰਿਲੀਜ਼ ਕਰ ਦਿੱਤਾ, ਛੱਡ ਦਿੱਤਾ। ਹੁਣ ਆਪਾਂ ਦੇਖੀਏ ਕਿ ਜਿਹੜਾ ਆ O ਪੁਆਇੰਟ ਆ ਤੇ ਆ A ਪੁਆਇੰਟ ਲਿਆ, OA ਦੀ ਇਕੁਏਸ਼ਨ ਕੀ ਆਏਗੀ, ਕਿਉਂਕਿ ਜਿਹੜੀ ਇਕੁਏਸ਼ਨ ਆਫ ਅ ਸਟ੍ਰੇਟ ਲਾਈਨ ਆਪਾਂ ਲਿਖਦੇ ਜੇ ਦੋ ਪੁਆਇੰਟ ਗਿਵਨ ਹੋਣ, ਹੁਣ ਇੱਕ ਪੁਆਇੰਟ ਤਾਂ ਇਹਦਾ 0 0 ਹੈ, ਦੂਜਾ ਪੁਆਇੰਟ ਜਿਹੜਾ ਆ ਉਹ ਉਹਦੇ ਲਈ L ਦੀ ਵੈਲਿਊ L/2 ਲੈਂਥ ਜਿਹੜੀ X ਦੀ ਵੈਲਿਊ ਆ ਪੁਆਇੰਟ, ਤੇ y ਜਿਹੜਾ ਉਹ h ਦੇ ਬਰਾਬਰ ਹੈ, ਤਾਂ ਦੂਸਰਾ ਪੁਆਇੰਟ ਹੋ ਗਿਆ L/2 ਤੇ h ਆ ਲਿਖਿਆ ਹੋਇਆ ਇੱਥੇ। ਤੋ ਇਨ ਇਕੁਏਸ਼ਨ ਪਾਸਿੰਗ ਥਰੂ ਦੀਜ਼ ਟੂ ਪੁਆਇੰਟ ਆਪਾਂ ਲਿਖ ਸਕਦੇ ਹੋ, ਸਾਡੇ ਕੋਲ y ਦੀ ਵੈਲਿਊ ਇਸ ਤਰੀਕੇ ਨਾਲ ਆ ਗਈ। ਇੱਦਾਂ ਆਪਾਂ ਜਿਹੜੀ ਦੂਜੀ ਇਕੁਏਸ਼ਨ ਆ AB ਦੀ ਇਕੁਏਸ਼ਨ ਲਿਖਣੀ ਹੈ ਤਾਂ ਵੀ ਸਾਡੇ ਕੋਲ ਦੋਨੋਂ ਪੁਆਇੰਟ ਪਤਾ, ਜਿਹੜਾ ਦੂਸਰਾ ਪੁਆਇੰਟ ਹੈ ਇੱਧਰ B, ਇਹਦੇ ਕੋਆਰਡੀਨੇਟ L ਤੇ 0 ਹੈ, ਤੋ ਇਹਦੇ ਵੀ ਆਪਾਂ ਇਕੁਏਸ਼ਨ ਇਸ ਤਰੀਕੇ ਨਾਲ ਲਿਖ ਦਿੰਦੇ ਹਾਂ, ਤਾਂ ਗੈਟ ਦੀ ਵੈਲਿਊ ਆਫ y ਅਗੇਨ ਫਰੋਮ ਦਿਸ ਐਕਸਪ੍ਰੈਸ਼ਨ। ਤੋ y ਕੀ ਹੈ, ਵਰਟੀਕਲ ਡਿਸਪਲੇਸਮੈਂਟ, ਵਰਟੀਕਲੀ ਕਿੰਨਾ ਡਿਸਪਲੇਸ ਹੋ ਰਿਹਾ ਸਟਰਿੰਗ। ਸੋ ਵੀ ਗੈਟ ਦਿਸ ਥਿੰਗ। ਹੁਣ ਆਪਾਂ ਦੇਖਦੇ ਹਾਂ ਕਿ ਇਨੀਸ਼ੀਅਲ ਡਿਸਪਲੇਸਮੈਂਟ ਜਿਹੜੀ ਸੀ, ਕਿਉਂਕਿ ਬਾਉਂਡਰੀ ਕੰਡੀਸ਼ਨ ਤਾਂ ਸਾਡੇ ਕੋਲ ਆ ਗਈ ਆ ਉੱਪਰ, ਬਾਉਂਡਰੀ ਕੰਡੀਸ਼ਨ ਆਪਾਂ ਲਿਖੀਆਂ ਹੋਈਆਂ ਆਲਰੇਡੀ, ਸਾਡੇ ਕੋਲ ਪਤਾ ਸੀ। ਹੁਣ ਜਿਹੜੀਆਂ ਸਾਨੂੰ ਇਨੀਸ਼ੀਅਲ ਕੰਡੀਸ਼ਨ ਹੈ ਉਹ ਦੇਖਣੀ ਹੈ ਕਿ ਉਹ ਇਸ ਕੁਐਸਚਨ ਦੇ ਵਿੱਚ ਕੀ ਆਉਣਗੀਆਂ। ਇਨੀਸ਼ੀਅਲ ਡਿਸਪਲੇਸਮੈਂਟ ਤੇ ਇਨੀਸ਼ੀਅਲ ਵੈਲੋਸਿਟੀ ਇਹ ਆਪਾਂ ਦੇਖਣੀ ਆ। ਤਾਂ ਇਨੀਸ਼ੀਅਲ ਡਿਸਪਲੇਸਮੈਂਟ ਕੀ ਹੈ ਕਿ ਜਿਹੜਾ UX0 ਹੈ, ਡਿਸਪਲੇਸਮੈਂਟ ਵੈਨ ਟਾਈਮ ਇਜ਼ 0 ਦੈਟ ਇਜ਼ ਇਕੁਅਲ ਟੂ FX, ਤੇ FX ਕੀ ਹੈ, y ਦੀ ਵੈਲਿਊ ਜਿਹੜੀ ਹੈ ਉਹ ਕੀ ਹੈ, ਜਦੋਂ 0 ਤੋਂ ਲੈ ਕੇ L/2 ਤੱਕ ਹੈ, ਠੀਕ ਹੈ, ਜਾਣੀ ਕਿ 0 ਤੋਂ ਲੈ ਕੇ L/2 ਤੱਕ ਡਿਸਪਲੇਸਮੈਂਟ ਕਿਹੜੀ ਜਿਹੜੀ ਇਹ ਲਾਈਨ ਆ OA ਦੇ ਅਬਾਊਟ, ਇੱਥੇ ਜਿੰਨੀ ਵੀ ਡਿਸਪਲੇਸਮੈਂਟ ਹੋਏਗੀ ਉਹ ਜਿਹੜੀ ਆ ਉਹ ਆਹ ਵਾਲੀ ਆਈ ਹੈ, y ਇਜ਼ ਇਕੁਅਲ ਟੂ 2h/L, ਨਹੀਂ ਆਹ ਵਾਲੀ ਉੱਪਰ ਵਾਲੀ, ਕਿਉਂ ਬਿਕੋਜ਼ ਦਿਸ ਇਜ਼ ਦੀ ਲਾਈਨ OA, ਆ AB ਮਤਲਬ ਉਸ ਤੋਂ ਬਾਅਦ ਵਾਲੀ, ਮੀਨਸ ਆ 0 ਤੋਂ ਲੈ ਕੇ ਜਦੋਂ x L/2 ਤੱਕ ਆਉਂਦਾ ਆ ਤਾਂ ਸਾਡੇ ਕੋਲ ਡਿਸਪਲੇਸਮੈਂਟ ਆ ਹੁੰਦੀ ਹੈ OA ਦੇ ਲਈ। ਜਿਹੜਾ AB ਹੈ, AB ਦਾ ਮਤਲਬ ਹੈ x ਦੀ ਵੈਲਿਊ L/2 ਤੋਂ ਲੈ ਕੇ L ਤੱਕ ਜਦੋਂ ਆਉਂਦੀ ਹੈ ਉਦੋਂ y ਦੀ ਵੈਲਿਊ ਆ ਵਾਲੀ ਹੈ। ਤਾਂ y ਮੀਨਸ ਵਰਟੀਕਲ ਡਿਸਪਲੇਸਮੈਂਟ, ਉਹਨੂੰ ਆਪਾਂ FX ਨਾਮ ਦੇ ਸਕਦੇ ਹਾਂ। ਤਾਂ 0 ਤੋਂ ਲੈ ਕੇ L/2 ਤੱਕ ਇਹ ਵਾਲੀ, ਤੇ L/2 ਤੋਂ ਲੈ ਕੇ L ਤੱਕ ਇਹ ਵਾਲੀ। ਤਾਂ ਵੀ ਹੈਵ ਟੂ ਵੈਲਿਊਜ਼ ਫॉर FX ਅਕੋਰਡਿੰਗ ਟੂ ਦੀ ਟੂ ਡਿਫਰੈਂਟ ਇੰਟਰਵਲਸ। ਹੁਣ ਆਪਾਂ ਇਹ ਜਿਹੜਾ ਕੇਸ ਕਰ ਰਹੇ ਫਸਟ ਕੇਸ ਹੈ। ਫਸਟ ਕੇਸ ਕਿਉਂ ਹੈ, ਕਿਉਂਕਿ ਉਹਨੇ ਕਿਹਾ ਉੱਪਰ ਕੁਐਸਚਨ ਆਪਾਂ ਦੁਬਾਰਾ ਰੀਡ ਕਰਦੇ ਹਾਂ, ਦੇਖੋ ਦੈਨ ਰਿਲੀਜ਼ਡ ਫਰੋਮ ਰੈਸਟ। ਰਿਲੀਜ਼ ਫਰੋਮ ਰੈਸਟ ਦਾ ਮਤਲਬ ਹੈ ਕਿ ਇਨੀਸ਼ੀਅਲ ਵੈਲੋਸਿਟੀ 0 ਹੈ। ਤਾਂ ਇਨੀਸ਼ੀਅਲ ਵੈਲੋਸਿਟੀ ਜਾਣੀ ਕਿ GX 0 ਤੇ FX ਨੋਨ 0 ਹੁੰਦਾ ਆ ਫਸਟ ਕੇਸ ਦੇ ਵਿੱਚ। ਤਾਂ ਫਸਟ ਕੇਸ ਦਾ ਆਪਾਂ ਸਿੱਧਾ ਸੋਲਿਊਸ਼ਨ ਲਿਖ ਦੇਣਾ ਕਿ ਫਸਟ ਕੇਸ 'ਚ ਆਪਾਂ ਆਹ ਸੋਲਿਊਸ਼ਨ ਲਿਖਦੇ ਹਾਂ। ਯੂ ਹੈਵ ਟੂ ਰਿਮੈਂਬਰ ਦੋਜ਼ ਸੋਲਿਊਸ਼ਨਸ। ਤਾਂ ਉਹਦੇ ਵਿੱਚ ਆਪਾਂ CN ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਅਤੇ CN ਕੀ ਹੁੰਦਾ, 2/L 0 to L FX into sin nπx/L। FX ਕੀ ਹੈ, FX ਦੀਆਂ ਵੈਲਿਊਜ਼ 2 ਹੈ। ਅਤੇ ਦੋ ਵੈਲਿਊ ਦੋ ਇੰਟਰਵਲ 'ਚ ਆਪਾਂ ਇੰਟੈਗਰਲ ਨੂੰ ਦੋ ਹਿੱਸਿਆਂ 'ਚ ਡਿਵਾਈਡ ਕਰ ਲਿਆ, ਦੋ ਇੰਟੈਗਰਲ ਦੇ ਸਮ ਦੀ ਫਾਰਮ 'ਚ ਲਿਖ ਲਿਆ।
0 ਤੋਂ ਲੈ ਕੇ L/2 ਤੱਕ f(x) ਦੀ ਵੈਲਿਊ 2h x/L ਹੈ, ਅਤੇ L/2 ਤੋਂ ਲੈ ਕੇ L ਤੱਕ ਜਿਹੜੀ f(x) ਦੀ ਵੈਲਿਊ ਹੈ 2h/L ਇੰਟੂ L ਮਾਈਨਸ x ਹੈ। ਹੁਣ ਇਹ ਜਿਹੜੇ ਦੋ ਇੰਟੈਗਰਲ ਹੈ ਇਹਨਾਂ ਨੂੰ ਆਪਾਂ ਸਿੰਪਲੀਫਾਈ ਕਰ ਲੈਣਾ ਇੰਟੀਗ੍ਰੇਸ਼ਨ ਬਾਈ ਪਾਰਟਸ ਲਗਾ ਕੇ, ਇਹਨਾਂ ਨੂੰ ਇੰਟੀਗ੍ਰੇਸ਼ਨ ਬਾਈ ਪਾਰਟਸ ਲਗਾ ਕੇ ਸਿੰਪਲੀਫਾਈ ਕਰਾਂਗੇ, ਔਰ ਇਹਦੇ 'ਚ L0 ਜੋ ਵੀ ਇਹਦੇ ਲਿਮਿਟਸ ਆ ਪੁੱਟ ਕਰਨ ਤੋਂ ਬਾਅਦ ਵੀ ਗੈਟ ਦਿਸ ਥਿੰਗ ਐਜ਼ CN। ਜੇ ਤੁਹਾਡੇ ਕੋਲ CN ਆ ਗਿਆ, ਇੱਥੇ ਆਪਾਂ CN ਦੀ ਵੈਲਿਊ ਪੁੱਟ ਕਰ ਦਾਂਗੇ, ਤਾਂ CN ਦੀ ਵੈਲਿਊ ਪੁੱਟ ਕਰਕੇ ਸੋ ਦੈਟ ਵਿਲ ਗਿਵ ਅਸ ਦੀ ਆ CN ਹੈ ਨਾ, ਅਤੇ ਬਾਕੀ ਆ ਵੈਲਿਊ ਤਾਂ ਆਲਰੇਡੀ ਹੈਗੀ ਹੈ, ਅਸੀਂ ਸੋਲਿਊਸ਼ਨ ਟੂ ਗੈਟ ਦੀ ਸੋਲਿਊਸ਼ਨ ਆਫ ਦਿਸ ਪ੍ਰੋਬਲਮ।